ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ ਬਣਾਉਣ ਦਾ ਸੰਦਰਭ ਇੱਥੋਂ ਪੈਦਾ ਹੋਇਆ ਜਦੋਂ ਸੁਪਰੀਮ ਕੋਰਟ ਆਫ ਇੰਡੀਆ ਨੇ ਬੁੱਧਵਾਰ ਨੂੰ ਇੱਕ ਲੈਂਡਮਾਰਕ ਐਂਡ ਹਿਸਟੋਰਿਕ ਜਜਮੈਂਟ ਦਿੱਤੀ ਔਰ ਉਹਨਾਂ ਨੇ ਮੀਨਵਾਈਲ ਦੇਸ਼ ਧਰੋਹ ਦੇ ਕਾਨੂੰਨ ਨੂੰ ਸਟੇ ਕਰ ਦਿੱਤਾ। ਇੱਕ ਬਹੁਤ ਵੱਡੀ ਖਬਰ ਹੈ ਸਿਟੀਜ਼ਨਸ ਆਫ ਇੰਡੀਆ ਦੇ ਲਈ। ਡੈਮੋਕ੍ਰੇਸੀ ਦੀ ਸਭ ਤੋਂ ਵੱਡੀ ਤਾਕਤ ਹੈ ਜਦੋਂ ਲੋਕ अपना खुल के विचार रखते हैं सरकार के खिलाफ, उस सरकार के खिलाफ जिहड़ी सरकार इन्हां लोकां वल्लों चुनी जाती है। और अगर लोग अपना किसी तरह के नाल डिसअफेक्शन, डिसेंट, क्रिटिसिज्म मतलब कि नुकताचीनी करते हैं, सरकार के नाल खुश नहीं आ, उन्होंने क्रिटिसाइज़ करते हैं भी तुहाडा काम वधिया नहीं है इत्थे, तो उहदा मतलब देशद्रोह नहीं हुंदा। ये अपनी हाई कोर्ट्स पहलां भी कई बारी कह चुकियां, पर पिछले कुछ सालों तो जिहड़ा भी सरकार का क्रिटिसिज्म करता सी ਉਹਦੇ ਤੇ ਦੇਸ਼ ਧਰੋਹ ਦਾ ਪਰਚਾ ਲਗਾ ਕੇ ਉਹਨੂੰ ਅੰਦਰ ਕਰ ਦਿੱਤਾ ਜਾਂਦਾ ਸੀ। ਡਾਕਟਰ ਕਫੀਲ ਹੋ ਗਿਆ, ਹੋਰ ਬਹੁਤ ਪੱਤਰਕਾਰਾਂ ਦੇ ਨਾਲ ਲੈ ਸਕਦੇ ਹਾਂ, ਵਿਨੋਦ ਦੁਆ। ਸੋ ਉਸ ਕਾਨੂੰਨ ਤੇ, ਜਿਸ ਕਾਨੂੰਨ ਨੂੰ ਆਪਣੀ ਸਰਕਾਰ, ਬੀਜੇਪੀ ਦੀ ਸਰਕਾਰ ਹੀ ਨਹੀਂ, ਇਸ ਤੋਂ ਪਹਿਲਾਂ ਦੀ ਸਰਕਾਰ ਵੀ ਮਿਸਯੂਜ਼ ਕਰਦੀ ਆ ਰਹੀ ਸੀ, ਉਹਦੇ ਤੇ ਸੁਪਰੀਮ ਕੋਰਟ ਨੇ ਮੀਨਵਾਈਲ ਸਟੇ ਲਗਾ ਦਿੱਤੀ ਹੈ। ਔਰ ਅੱਗੇ ਫੈਸਲਾ ਬਣਿਆ ਹਜੇ ਤੱਕ ਕਿ ਸਰਕਾਰ ਜਿਹੜੀ ਕਹਿੰਦੀ ਹੈ ਕਿ ਤੁਸੀਂ ਕੋਈ ਫੈਸਲਾ, ਸੁਪਰੀਮ ਕੋਰਟ ਨੂੰ ਕਹਿੰਦੇ ਆ ਵੀ ਤੁਸੀਂ ਕੋਈ ਫੈਸਲਾ ਨਾ ਸੁਣਾਓ, ਅਸੀਂ मतलब कि सरकार ਜਿਹੜੀ ਆ ਆਪਣੇ ਆਪ ਹੀ ਇਸ ਜਿਹੜਾ ਪੂਰਾ ਕਾਨੂੰਨ ਆ ਇਹਨੂੰ ਰਿਵਿਊ ਕਰੇਗੀ, ਰੀਵਿਜ਼ਿਟ ਕਰੇਗੀ। ਸੋ ਅੱਜ ਦੀ ਇਹ ਵੀਡੀਓ 'ਚ ਆਪਾਂ ਗੱਲ ਕਰਾਂਗੇ ਬੜੇ ਦੋ ਸਵਾਲ ਬੇਸਿਕ ਆ। ਪਹਿਲਾ ਤਾਂ ਇਹੀ ਹੈ ਕਿ ਇਹ ਸੈਡੀਸ਼ਨ ਦਾ ਲਾਅ, ਇਹਦਾ ਇਤਿਹਾਸ ਕੀ ਹੈ, ਕਿੱਥੋਂ ਸ਼ੁਰੂ ਹੋਇਆ, ਆਜ਼ਾਦ ਭਾਰਤ ਜਦੋਂ ਬਣਿਆ ਉਸ ਤੋਂ ਬਾਅਦ ਇਹ ਵਾਲਾ ਕਾਨੂੰਨ ਆਪਣੇ ਕਿਉਂ ਰੱਖਿਆ ਗਿਆ ਔਰ ਇਹਨੂੰ ਫਰਦਰ ਕਿਵੇਂ ਅਮੈਂਡ ਕੀਤਾ ਗਿਆ ਸਰਕਾਰਾਂ ਦੇ ਫਾਇਦੇ ਦੇ ਲਈ। ਔਰ ਲਾਸਟ 'ਚ ਗੱਲ ਕਰਾਂਗੇ ਕਿ ਕੰਟਰੋਵਰਸ਼ੀਅਲ ਕਿਉਂ ਹੈ। ਸਭ ਤੋਂ ਲਾਸਟ 'ਚ ਇੱਕ ਗੱਲ ਹੋਰ ਵੀ ਕਰਨੀ ਬਣਦੀ ਹੈ ਕਿ ਅਗਰ ਸੁਪਰੀਮ ਕੋਰਟ ਨੇ ਇਹਨੂੰ ਸਟੇ ਕਰ ਦਿੱਤਾ ਔਰ ਸਰਕਾਰ ਕਹਿੰਦੀ ਹੈ ਕਿ ਅਸੀਂ ਆਪਣੇ ਆਪ ਇਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਰਿਵਿਊ ਕਰਾਂਗੇ, ਇਹਦੇ ਨਾਲ ਅੱਗੇ ਕੀ ਹੋਏਗਾ। ਇਹ ਵੀ ਹੋ ਸਕਦਾ ਕਿ ਸਰਕਾਰ ਕਿਸੇ ਪੁੱਠੇ ਸਿੱਧੇ ਢੰਗ ਦੇ ਨਾਲ ਨਵੇਂ ਸ਼ਬਦਾਂ ਦੇ ਵਿੱਚ ਇਸੇ ਕਾਨੂੰਨ ਦਾ ਰੂਪ ਬਦਲ ਕੇ ਇਹੀ ਡਰੈਕੋਨੀਅਨ ਲਾਅ ਵਾਪਸ ਲੈ ਆਵੇ। ਐਂਡ ਦੇ ਵਿੱਚ ਆਪਾਂ ਇਹਦੇ ਤੇ ਗੱਲ ਕਰਾਂਗੇ। ਦੇਸ਼ ਧਰੋਹ ਦੇ ਅੰਦਰ 124 AIPC ਦੀ ਧਾਰਾ ਲਗਾਈ ਜਾਂਦੀ ਹੈ, ਜਿਹਦੇ ਪ੍ਰੋਵੀਜ਼ਨ ਇਹ ਕਹਿੰਦੀ ਹੈ ਕਿ ਅਗਰ ਕੋਈ ਵੀ ਸ਼ਬਦ ਕਿਸੇ ਵੱਲੋਂ ਬੋਲੇ ਜਾਂਦੇ ਆ, ਲਿਖੇ ਜਾਂਦੇ ਆ, ਕੋਈ ਵੀ ਸਾਈਨ ਜਾਂ ਸਿੰਬਲ ਯੂਜ਼ ਕਰਕੇ ਮਤਲਬ ਨੌਨ ਵਰਬਲ ਢੰਗ ਦੇ ਨਾਲ ਵੀ ਜਾਂ ਕੋਈ ਅਦਰਵਾਈਜ਼ ਢੰਗ ਦੇ ਨਾਲ ਜਿਹਦੇ ਨਾਲ ਸਮਾਜ ਦੇ ਵਿੱਚ ਪਬਲਿਕ ਆਰਡਰ ਡਿਸਟਰਬ ਹੋ ਸਕਦਾ ਆ, ਜਾਂ ਜਿਹੜਾ ਉਹ ਭਾਸ਼ਣ ਦੇਣ ਵਾਲਾ ਜਾਂ ਸ਼ਬਦ ਵਰਤਣ ਵਾਲਾ ਇਨਸਾਨ ਆ, ਉਹਦੀ ਇੰਟੈਂਸ਼ਨ, ਉਹਦੀ ਮਨਸ਼ਾ ਇੱਦਾਂ ਦੀ ਹੈ ਕਿ ਸੁਸਾਇਟੀ ਦੇ ਵਿੱਚ ਪਬਲਿਕ ਆਰਡਰ ਡਿਸਟਰਬ ਕਰਕੇ ਹੇਟਰੇਡ ਵਧਾਉਣਾ ਹੈ ਜਾਂ ਡਿਸਅਫੈਕਸ਼ਨ ਵਧਾਉਣੀ ਹੈ ਜਾਂ ਕੰਟੈਂਪਟ ਵਧਾਉਣੀ ਹੈ ਸਰਕਾਰ ਦੇ ਖਿਲਾਫ, ਤਾਂ ਉਹਨਾਂ ਕੇਸਿਸ ਦੇ ਵਿੱਚ 124 ਇਹ ਦੇਸ਼ ਧਰੋਹ ਲੱਗਦਾ। ਐਂਡ ਇਹਦੇ ਵਿੱਚ ਫਰਦਰ ਉਮਰ ਕੈਦ ਤੱਕ ਦਾ ਪ੍ਰਾਵਧਾਨ ਹੈ। ਐਂਡ ਪਲੱਸ ਹੋਰ ਵੀ ਇਹਦੇ ਵਿੱਚ ਨਾਨ ਬੇਲੇਬਲ ਹੈ। ਐਂਡ ਹੋਰ ਵੀ ਇਹਦੇ ਬਹੁਤ ਸਾਰੇ ਇੱਦਾਂ ਦੀਆਂ ਚੀਜ਼ਾਂ ਹੈ ਜਿਹੜੀਆਂ ਹਿਊਮਨ ਰਾਈਟ ਵਾਇਲੇਸ਼ਨ ਸਿੱਧੇ ਢੰਗ ਨਾਲ ਹੀ ਕਰਦੇ। ਇਹ ਜਿਹੜਾ ਸੈਕਸ਼ਨ 124A ਦੇਸ਼ ਧਰੋਹ, ਇਹਦੀ ਵਰਤੋਂ ਇੰਨੀ ਦੁਖਦਾਇਕ ਨਹੀਂ ਹੈ ਜਿੰਨੀ ਇਹਦੀ ਦੁਰਵਰਤੋਂ ਸਰਕਾਰ ਦੁਆਰਾ ਕੀਤੀ ਜਾਂਦੀ ਆਪਣੀ ਜਨਤਾ ਦੇ ਉੱਤੇ, ਉਹ ਦੁਖਦਾਇਕ ਸੀ। ਇਸ ਕਰਕੇ ਸੁਪਰੀਮ ਕੋਰਟ ਦੀ ਇਸ ਜਜਮੈਂਟ ਨੂੰ ਬਹੁਤ ਹਿਸਟੋਰਿਕ ਐਂਡ ਲੈਂਡਮਾਰਕ ਜਜਮੈਂਟ ਕਿਹਾ ਜਾਂਦਾ। ਦੇਸ਼ ਧਰੋਹ ਦੇ ਇਸ ਕਾਨੂੰਨ ਦੇ ਨਾਲ ਅਕਸਰ ਹੀ ਕਿਹਾ ਜਾਂਦਾ ਕਿ ਬਹੁਤ ਪੁਰਾਣਾ ਡ੍ਰੈਕੋਨੀਅਨ ਕਲੋਨੀਅਲ ਇਰਾ ਦਾ ਕਾਨੂੰਨ ਹੈ। ਆਪਾਂ ਸਮਝਦੇ ਹਾਂ ਕਿ ਇਹ ਕਦੋਂ ਸ਼ੁਰੂ ਹੋਇਆ ਸੀਗਾ। ਆਪਣੇ ਬ੍ਰਿਟਿਸ਼ਰਸ ਦਾ ਜਦੋਂ ਰਾਜ ਸੀਗਾ ਭਾਰਤ ਦੇ ਉੱਤੇ, ਜਦੋਂ ਭਾਰਤ ਇੱਕ ਕਲੋਨੀ ਸੀ ਬ੍ਰਿਟਿਸ਼ ਰਾਜ ਦੀ, ਕਲੋਨੀਅਲ ਇਰਾ ਚੱਲਦੀ ਸੀ, ਉਸ ਟਾਈਮ 1837 ਦੇ ਵਿੱਚ ਪਹਿਲੀ ਵਾਰੀ IPC ਡਰਾਫਟ ਹੋਣਾ ਸ਼ੁਰੂ ਹੋਇਆ ਸੀ। ਮਤਲਬ ਕਿ IPC ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਤਾਂ ਉਸ ਟਾਈਮ 1837 ਦੇ ਵਿੱਚ ਜਿਹੜੇ ਬ੍ਰਿਟਿਸ਼ ਪੋਲੀਟੀਸ਼ੀਅਨ ਐਂਡ ਹਿਸਟੋਰੀਅਨ ਸੀਗੇ, ਉਹਨਾਂ ਵੱਲੋਂ ਸੈਡੀਸ਼ਨ ਦਾ ਜਿਹੜਾ ਇਹ ਲਾਅ ਆ, ਇਹ IPC ਦੇ ਡਰਾਫਟ ਦੇ ਵਿੱਚ ਪਾਇਆ ਗਿਆ ਸੀ। ਉਸ ਤੋਂ ਬਾਅਦ 1860 ਦੇ ਵਿੱਚ ਇਹ IPC ਇੰਡੀਅਨ ਪੀਨਲ ਕੋਡ ਜਿਹੜਾ ਉਹ ਲਾਗੂ ਹੁੰਦਾ। ਜਦੋਂ ਇਹ ਲਾਗੂ ਹੁੰਦਾ ਤਾਂ ਇਹਦੇ ਵਿੱਚੋਂ ਸੈਡੀਸ਼ਨ ਲਾਅ ਜਿਹੜਾ ਆ ਉਹ ਨਹੀਂ ਲਾਗੂ ਕੀਤਾ ਜਾਂਦਾ। ਉਸ ਤੋਂ ਬਾਅਦ 10 ਸਾਲਾਂ ਬਾਅਦ 1870 ਦੇ ਵਿੱਚ ਇੰਡੀਅਨ ਪੀਨਲ ਕੋਡ ਦੇ ਵਿੱਚ ਸੈਡੀਸ਼ਨ ਲਾਅ ਨੂੰ ਦੁਬਾਰਾ ਪਾ ਦਿੱਤਾ ਜਾਂਦਾ ਔਰ ਉੱਥੇ ਕਿਹਾ ਜਾਂਦਾ ਹੈ ਕਿ 1860 ਦੇ ਵਿੱਚ ਜਦੋਂ IPC ਲਾਗੂ ਕੀਤਾ ਸੀ, ਉਸ ਟਾਈਮ ਗਲਤੀ ਦੇ ਨਾਲ ਸੈਡੀਸ਼ਨ ਚਾਰजेस ਜਿਹੜੇ ਆ ਲਾਉਣੇ ਆਪਾਂ ਭੁੱਲ ਗਏ ਸੀ। ਵਿੱਚ ਸੈਡੀਸ਼ਨ ਦਾ ਲਾਅ ਜਿਹੜਾ ਕਾਨੂੰਨ ਹੈ ਉਹ ਲਾਉਣਾ ਭੁੱਲ ਗਏ ਸੀ। 1870 ਦੇ ਵਿੱਚ ਦੁਬਾਰਾ ਐਡ ਕੀਤਾ ਜਾਂਦਾ ਇੰਡੀਅਨ ਪੀਨਲ ਕੋਡ ਦੇ ਵਿੱਚ। 1870 'ਚ ਜਦੋਂ ਇਹ ਸੈਡੀਸ਼ਨ ਲਾਅ ਪਾਇਆ ਜਾਂਦਾ ਹੈ ਤਾਂ ਉਸ ਟਾਈਮ ਭਾਰਤ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਆਜ਼ਾਦੀ ਦੇ ਲਈ ਲੜਾਈ ਜਿਹੜੀ ਸੀ ਉਹ ਵੱਧ ਚੁੱਕੀ ਸੀ ਕਿ ਆਪਣੇ ਬ੍ਰਿਟਿਸ਼ ਰਾਜ ਦੇ ਖਿਲਾਫ ਆਪਣੇ ਇੰਡੀਅਨ ਜਿਹੜੇ ਸੀਗੇ, ਖਾਸ ਤੌਰ ਤੇ ਇੰਡੀਅਨ ਨੈਸ਼ਨਲ ਕਾਂਗਰਸ, ਉਹਨਾਂ ਦੀਆਂ ਗਤੀਵਿਧੀਆਂ ਪਲੱਸ ਨਾਲ ਹੀ ਕਮਿਊਨਿਸਟ, ਉਹਨਾਂ ਦੀਆਂ ਗਤੀਵਿਧੀਆਂ ਕਾਫੀ ਵੱਧ ਗਈਆਂ ਸੀ। ਇਸ ਕਰਕੇ
ਉਸ ਅੰਦੋਲਨ ਨੂੰ ਕੁਚਲਣ ਦੇ ਲਈ 1870 ਦੇ ਵਿੱਚ ਦੁਬਾਰਾ ਇਸ ਕਾਨੂੰਨ ਨੂੰ, ਇਸ ਡਰੈਕੋਨੀਅਨ ਲਾਅ ਨੂੰ ਐਡ ਕੀਤਾ ਗਿਆ ਇੰਡੀਅਨ ਪੀਨਲ ਕੋਡ ਦੇ ਵਿੱਚ ਬ੍ਰਿਟਿਸ਼ ਰਾਜ ਵੱਲੋਂ। ਆਪਣੀ ਆਜ਼ਾਦੀ ਦੇ ਜਿੰਨੇ ਵੀ ਫਰੀडम ਫਾਈਟਰ ਸੀ, ਜਿਨ੍ਹਾਂ ਨੂੰ ਆਪਾਂ ਬਹੁਤ ਮਾਣ ਸਤਿਕਾਰ ਦਿੰਦੇ ਆ, ਉਹਨਾਂ ਦੇ ਉੱਤੇ ਲਗਭਗ ਹਰ ਇੱਕ ਦੇ ਉੱਤੇ ਇਹ ਵਾਲਾ ਕਾਨੂੰਨ ਜਿਹੜਾ ਸੀ ਉਹ ਲਗਾਇਆ ਗਿਆ ਸੀ। ਜਿਵੇਂ ਕਿ ਬਾਲ ਗੰਗਾਧਰ ਤਿਲਕ, ਉਹਨਾਂ ਤੇ ਸਭ ਤੋਂ ਪਹਿਲਾਂ ਇਹ ਕਾਨੂੰਨ ਲਗਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਇੱਕ ਅਖਬਾਰ ਜੋ ਮਰਾਠੀ 'ਚ ਲਿਖਦੇ ਸੀ ਉਹਦੇ ਵਿੱਚ ਇੱਕ ਆਪਣਾ ਲੇਖ ਲਿਖਿਆ ਸੀ ਜਿਹੜਾ ਬ੍ਰਿਟਿਸ਼ ਰਾਜ ਦੀ ਆਲੋਚਨਾ ਕਰਦਾ ਸੀ। ਇਸ ਕਰਕੇ ਇਹਨਾਂ ਤੇ ਇਹ ਕਾਨੂੰਨ ਲਗਾਇਆ ਗਿਆ ਸੀ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਤੇ, ਉਸ ਤੋਂ ਬਾਅਦ ਮਹਾਤਮਾ ਗਾਂਧੀ, ਉਸ ਤੋਂ ਬਾਅਦ ਭਗਤ ਸਿੰਘ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਤੇ ਵੀ ਇਹੀ ਦੇਸ਼ ਧਰੋਹ ਦਾ ਕਾਨੂੰਨ ਲਗਾਇਆ ਗਿਆ। ਔਰ ਇਸ ਤੋਂ ਬਾਅਦ ਜਿੰਨੇ ਵੀ ਵੱਡੇ ਲੀਡਰ ਨੇ ਜਿਵੇਂ ਜਵਾਹਰ ਲਾਲ ਨਹਿਰੂ ਤੇ ਵੀ, ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਇਹ ਕਾਨੂੰਨ ਲਗਾ ਕੇ, ਸੈਡੀਸ਼ਨ ਦੇਸ਼ ਧਰੋਹ ਦਾ ਪਰਚਾ ਕਰਕੇ। ਉਸ ਤੋਂ ਬਾਅਦ ਭਾਰਤ ਆਜ਼ਾਦ ਹੁੰਦਾ ਹੈ। 1947 'ਚ ਭਾਰਤ ਆਜ਼ਾਦ ਹੁੰਦਾ ਔਰ ਜਿਹੜਾ 1946-47 ਦੇ ਵਿੱਚ ਕੌਂਸਟੀਟਿਊਐਂਟ ਅਸੈਂਬਲੀ ਹੈ ਉਹਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜਾ ਸੈਡੀਸ਼ਨ ਸ਼ਬਦ ਹੈ, ਦੇਸ਼ ਧਰੋਹ, ਇਹ ਕੌਂਸਟੀਟਿਊਸ਼ਨ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ। ਕੋਈ ਵੀ ਦੇਸ਼ ਧਰੋਹ ਦਾ ਕਾਨੂੰਨ ਸਾਡੇ ਸੰਵਿਧਾਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਭਾਰਤ ਆਜ਼ਾਦ ਹੋ ਚੁੱਕਾ ਸੀ ਔਰ ਆਜ਼ਾਦ ਭਾਰਤ ਦਾ ਕੌਂਸਟੀਟਿਊਸ਼ਨ ਜਿਹੜਾ ਹੈ ਉਹ ਇਕੁਐਲਿਟੀ, ਫਰਟਰਨਿਟੀ ਐਂਡ ਲਿਬਰਟੀ ਦਾ ਪ੍ਰੋਮਿਸ ਕਰਦਾ, ਈਚ ਐਂਡ ਐਵਰੀ ਸਿਟੀਜ਼ਨ ਨੂੰ ਆਜ਼ਾਦੀ ਦਿੰਦਾ, ਉਹਦੇ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਦਾ। ਇਸ ਕਰਕੇ ਕਾਨੂੰਨ ਨਹੀਂ ਹੋਣਾ ਚਾਹੀਦਾ। ਸੋ 1946, 47 ਔਰ 48 ਜਦੋਂ ਆਪਣਾ ਕੌਂਸਟੀਟਿਊਸ਼ਨ ਬਣ ਰਿਹਾ ਸੀ ਉਸ ਟਾਈਮ ਤੱਕ ਤਾਂ ਇਹ ਲੱਗਦਾ ਹੈ ਕਿ ਇਹ ਜਿਹੜਾ ਦੇਸ਼ ਧਰੋਹ ਦਾ ਕਾਨੂੰਨ ਹੈ ਜਾਂ ਦੇਸ਼ ਧਰੋਹ ਦਾ ਕੁਝ ਵੀ ਆਪਣੀ ਜਿਹੜੀ ਸਰਕਾਰ ਸੀ ਉਹ ਸੰਵਿਧਾਨ 'ਚ ਰੱਖਣਾ ਨਹੀਂ ਸੀ ਚਾਹੁੰਦੀ ਔਰ ਉਹਨਾਂ ਨੇ ਰੱਖਿਆ ਵੀ ਨਹੀਂ। ਪਰ ਜਿਹੜੀ 124 ਧਾਰਾ ਸੀਗੀ, 124A, ਉਹ ਧਾਰਾ ਜਿਹੜੀ ਆ ਉਹ ਖਤਮ ਨਹੀਂ ਸੀ ਹੋਈ, ਹਜੇ ਵੀ ਉਹ ਇੰਡੀਅਨ ਪੀਨਲ ਕੋਡ ਦੇ ਵਿੱਚ ਐਜ਼ ਇਟ ਇਜ਼ ਬਰਕਰਾਰ ਸੀਗੀ। ਪਰ 1951 ਦੇ ਵਿੱਚ ਤਾਰਾ ਸਿੰਘ ਗੋਪੀ ਚੰਦ ਵਰਸਸ ਸਟੇਟ, ਮਤਲਬ ਭਾਰਤ ਸਰਕਾਰ, ਪੰਜਾਬ ਹਾਈ ਕੋਰਟ ਦੇ ਵਿੱਚ ਇੱਕ ਕੇਸ ਮੂਵ ਹੁੰਦਾ ਹੈ, ਜਿਸ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਹਾਈ ਕੋਰਟ ਇਹ ਕਹਿੰਦੀ ਹੈ ਕਿ ਜਿਹੜਾ 124A ਸੈਕਸ਼ਨ ਹੈ, ਦੇਸ਼ ਧਰੋਹ ਦਾ ਕਾਨੂੰਨ ਹੈ, ਇਹ ਸਾਡੇ ਜਿਹੜੇ ਅਧਿਕਾਰ ਆ ਕੌਂਸਟੀਟਿਊਸ਼ਨ ਦੇ ਆਰਟੀਕਲ 19 ਦੇ ਵਿੱਚ ਦਿੱਤੇ ਹੋਏ ਉਹਨਾਂ ਦੀ ਉਲੰਘਣਾ ਕਰਦਾ ਹੈ। ਸੋ ਇਟ ਮਸਟ ਬੀ ਸਟਕ ਡਾਊਨ। ਸੋ ਉੱਥੇ ਹਾਈ ਕੋਰਟ ਦਾ ਫੈਸਲਾ ਆਉਂਦਾ ਹੈ ਇਸ ਦੇਸ਼ ਧਰੋਹ ਦੇ ਕਾਨੂੰਨ ਦੇ ਵਿਰੋਧ ਦੇ ਵਿੱਚ। ਜਦੋਂ 1951 ਦਾ ਹਾਈ ਕੋਰਟ ਦਾ ਇਹ ਫੈਸਲਾ ਆਉਂਦਾ ਹੈ ਤਾਂ ਇਮੀਡੀਏਟਲੀ ਪੰਡਿਤ ਜਵਾਹਰ ਲਾਲ ਨਹਿਰੂ ਕੁਝ ਦਿਨਾਂ ਬਾਅਦ ਹੀ ਅਮੈਂਡਮੈਂਟ ਮੂਵ ਕਰਦੇ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ। ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਪਹਿਲੇ ਪ੍ਰਧਾਨ ਮੰਤਰੀ ਸੀ, ਉਹਨਾਂ ਵੱਲੋਂ ਇਹ ਜਿਹੜੀ ਸੋਧ ਕਰਨ ਦਾ ਇੱਕ ਅਮੈਂਡਮੈਂਟ ਜਿਹੜੀ ਆ ਮੂਵ ਕੀਤੀ ਗਈ ਪਾਰਲੀਮੈਂਟ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਅਗਰ ਜਿਹੜੇ ਆਪਣੇ ਸਿਟੀਜ਼ਨ ਆਫ ਇੰਡੀਆ ਆ, ਆਪਾਂ ਉਹਨਾਂ ਨੂੰ ਆਜ਼ਾਦੀ ਤਾਂ ਦੇ ਰਹੇ ਆ ਆਪਣੇ ਸੰਵਿਧਾਨ ਦੇ ਅਕੋਰਡਿੰਗਲੀ, ਆਜ਼ਾਦੀ ਦੇਣੀ ਵੀ ਬਣਦੀ ਆ, ਪਰ ਉਹਨਾਂ ਉੱਤੇ ਛੋਟੀ ਜੀ ਇੱਕ ਟਰਮ ਹੈ ਰੀਜ਼ਨੇਬਲ ਰਿਸਟ੍ਰਿਕਸ਼ਨ, ਕਿ ਥੋੜੀ ਜੀ ਰੋਕ ਜਿਹੜੀ ਆ ਉਹ ਲਾਉਣੀ ਹੀ ਪੈਗੀ। ਸੋ ਉਹ ਰੀਜ਼ਨੇਬਲ ਰਿਸਟ੍ਰਿਕਸ਼ਨ ਲਗਾ ਕੇ ਆਪਣੇ ਜਿਹੜੇ ਆਰਟੀਕਲ 19(1)A ਦੇ ਵਿੱਚ ਜੋ ਆਪਣੇ ਅਧਿਕਾਰ ਸੀਗੇ ਉਹਨਾਂ ਦੇ ਵਿੱਚ ਅਮੈਂਡਮੈਂਟ ਕਰ ਦਿੱਤੀ ਗਈ ਔਰ ਆਪਣੇ ਅਧਿਕਾਰਾਂ ਦੇ ਨਾਲ ਆਪਣੀ ਜਿਹੜੇ ਫਰੀडम ਆਫ ਸਪੀਚ ਹੋ ਗਿਆ, ਜੋ ਆਪਣੀ ਆਜ਼ਾਦੀ ਸੀ, ਉਹਦੇ ਨਾਲ ਇੱਕ ਟਰਮ ਲਗਾ ਦਿੱਤੀ ਕਿ ਵਿਦ ਰੀਜ਼ਨੇਬਲ ਰਿਸਟ੍ਰਿਕਸ਼ਨਸ। ਚਾਹੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਉਸ ਟਾਈਮ ਇਹ ਕਹਿਣਾ ਸੀਗਾ, ਉਹਨਾਂ ਦੇ ਪ੍ਰੂਫ ਮੌਜੂਦ ਆ ਜਿੱਥੇ ਉਹ ਕਹਿੰਦੇ ਆ ਕਿ ਜਿਹੜਾ ਸੈਡੀਸ਼ਨ ਲਾਅ ਆ ਇਹਨੂੰ ਜਿੰਨੀ ਜਲਦੀ ਹੋ ਸਕੇ ਖਤਮ ਕਰ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੇ ਜਿਹੜੇ ਫਰੀडम ਦਾ ਜਿਹੜਾ ਫਰੀडम ਆਫ ਸਪੀਚ ਤੇ ਇਹ ਬਹੁਤ ਵੱਡਾ ਹਮਲਾ ਆ। ਪਰ ਉਹਨਾਂ ਵੱਲੋਂ ਹੀ ਆਪਣੀ ਇੱਕ ਇੱਦਾਂ ਦੀ ਅਮੈਂਡਮੈਂਟ ਪਾਸ ਕਰ ਦਿੱਤੀ ਗਈ ਕਿ ਜਿਹਦੇ ਨਾਲ ਲੋਕਾਂ ਦੀ ਆਜ਼ਾਦੀ ਤੇ ਹੀ ਰੀਜ਼ਨੇਬਲ ਰੋਕਾਂ ਲਗਾ ਦਿੱਤੀਆਂ ਗਈਆਂ। ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ 1973 ਦੇ ਵਿੱਚ ਇੰਦਰਾ ਗਾਂਧੀ ਸਰਕਾਰ ਵੱਲੋਂ ਇੱਕ ਅਮੈਂਡਮੈਂਟ ਦੁਬਾਰਾ ਕੀਤੀ ਜਾਂਦੀ ਆ ਇਸ ਦੇਸ਼ ਧਰੋਹ ਦੇ ਕਾਨੂੰਨ ਦੇ ਵਿੱਚ ਔਰ ਉਹ ਜਿਹੜੀ ਅਮੈਂਡਮੈਂਟ ਸੀ ਉਹ ਇਸ ਕਾਨੂੰਨ ਨੂੰ, ਦੇਸ਼ ਧਰੋਹ ਦੇ ਕਾਨੂੰਨ ਨੂੰ ਹੋਰ ਵੀ ਜ਼ਿਆਦਾ ਖਤਰਨਾਕ ਬਣਾ ਦਿੰਦੀ ਆ ਹਿਊਮਨ ਰਾਈਟਸ ਦੇ ਲਈ ਕਿਉਂਕਿ ਇਹਦੇ ਵਿੱਚ 124A ਨੂੰ ਕੋਗਨੀਜ਼ੇਬਲ ਆਫੈਂਸ ਕਰਾਰ ਦੇ ਦਿੱਤਾ ਜਾਂਦਾ। ਮਤਲਬ ਕਿ ਪੁਲਿਸ ਬਿਨਾਂ ਵਾਰੰਟ ਤੋਂ ਹੀ ਕਿਸੇ ਨੂੰ ਅਰੈਸਟ ਕਰ ਸਕਦੀ ਆ ਦੇਸ਼ ਧਰੋਹ ਦਾ ਇੱਕ ਤਰ੍ਹਾਂ ਨਾਲ ਆਰੋਪ ਲਗਾ ਕੇ। ਸੋ ਇਹਦੇ ਵਿੱਚ ਜਿਹੜੀ ਹਿਊਮਨ ਰਾਈਟ ਵਾਇਲੇਸ਼ਨਸ ਹੋਈਆਂ ਇਹ ਉਦੋਂ ਤੋਂ ਹੀ ਇੰਦਰਾ ਗਾਂਧੀ ਸਰਕਾਰ 1973 ਔਰ 74 ਚ ਬਣਾਉਂਦੀ ਹੈ, ਲਾਗੂ ਹੁੰਦਾ ਔਰ ਉਸ ਤੋਂ ਬਾਅਦ ਆਪਣੇ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਹੋ ਜਾਂਦੀ ਹੈ। ਸੋ ਇੱਕ ਤਰ੍ਹਾਂ ਦੇ ਨਾਲ ਅਗਰ ਆਪਾਂ ਦੁਰਵਰਤੋਂ ਦੇਖਣੀ ਹੋਵੇ ਤਾਂ 1974 ਤੋਂ ਹੀ ਹੁਣ ਤੱਕ ਇਸ ਕਾਨੂੰਨ ਦੀ ਦੁਰਵਰਤੋਂ ਹੁੰਦੀ ਆਈ ਹੈ। ਇਹਦੇ ਵਿੱਚ ਨਾਈਦਰ ਬੀਜੇਪੀ ਨੌਰ ਕਾਂਗਰਸ ਦੋਨੋਂ ਇਕੁਅਲੀ ਰਿਸਪੌਂਸਿਬਲ ਹੈ ਦੇਸ਼ ਧਰੋਹ ਦੇ ਕਾਨੂੰਨ ਦੀ ਆਪਣੇ ਸਿਟੀਜ਼ਨਸ ਦੇ ਖਿਲਾਫ ਦੁਰਵਰਤੋਂ ਕਰਨ ਤੇ। ਦੇਸ਼ ਧਰੋਹ ਦੇ ਇਸ ਕਾਨੂੰਨ ਦੇ ਖਿਲਾਫ ਲਗਾਤਾਰ ਹੀ ਲੀਗਲ ਬੈਟਲਸ ਜਿਹੜੀਆਂ ਸੀ ਉਹ ਚੱਲ ਰਹੀਆਂ ਸੀ। ਬਹੁਤ ਲੋਕਾਂ ਵੱਲੋਂ ਪਟੀਸ਼ਨਸ ਜਿਹੜੀਆਂ ਸੀ ਉਹ ਮੂਵ ਕੀਤੀਆਂ ਗਈਆਂ ਸੀ ਸੁਪਰੀਮ ਕੋਰਟ ਦੇ ਵਿੱਚ ਵੀ। 1962 ਤੋਂ ਵੀ ਇੱਕ ਬਹੁਤ ਫੇਮਸ ਕੇਸ ਆ ਕੇਦਾਰਨਾਥ ਵਰਸਸ ਸਟੇਟ ਆਫ ਬਿਹਾਰ, ਜਿਹਦੇ ਵਿੱਚ ਇਸ
ਦੇਸ਼ ਧਰੋਹ ਦੇ ਕਾਨੂੰਨ ਦਾ ਆਪਣੀ ਹਾਈ ਕੋਰਟ ਬਿਹਾਰ ਨੇ ਇਹਦਾ ਜਿਹੜਾ ਫੇਵਰ ਦੇ ਵਿੱਚ ਆਪਣਾ ਫੈਸਲਾ ਸੁਣਾਇਆ ਸੀ ਕਿ ਇਹ ਸੈਡੀਸ਼ਨ ਚਾਰजेस ਜਿਹੜੇ ਆ ਇਹ ਬਿਲਕੁਲ ਜਾਇਜ਼ ਹੈ, ਇਹ ਜਿਹੜਾ ਕਾਨੂੰਨ ਆ ਬਿਲਕੁਲ ਜਾਇਜ਼ ਹੈ, ਪਰ ਇਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਔਰ ਉਸ ਤੋਂ ਬਾਅਦ ਉਹਨਾਂ ਨੇ ਕੁਝ ਗਾਈਡਲਾਈਨਸ ਦਿੱਤੀਆਂ ਸੀ। ਉਹਨਾਂ ਗਾਈਡਲਾਈਨਸ ਦੇ ਖਿਲਾਫ ਵੀ ਅੱਜ ਤੱਕ ਸੁਪਰੀਮ ਕੋਰਟ ਦੇ ਵਿੱਚ ਮਸਲੇ ਚੱਲਦੇ ਪਏ ਸੀ, ਬਟ ਹੁਣ 11 ਮਈ 2022 ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਉਹ ਜਿਹੜੀਆਂ ਬੰਚ ਆਫ ਪਟੀਸ਼ਨ ਸੀਗੀਆਂ ਉਹਨਾਂ ਤੇ ਆਪਣਾ ਫੈਸਲਾ ਸੁਣਾਇਆ ਹੈ। ਹੁਣ ਰੀਸੈਂਟਲੀ ਬਹੁਤ ਆਪਣੇ ਪੱਤਰਕਾਰਾਂ ਵੱਲੋਂ, ਮਹੁਆ ਮੋਇਤਰਾ ਆਪਣੇ ਪੋਲੀਟੀਸ਼ੀਅਨਸ ਵੱਲੋਂ, ਐਡਵੋਕੇਟਸ ਵੱਲੋਂ ਇੱਕ ਪਟੀਸ਼ਨ ਜਿਹੜੀ ਸੀ ਉਹ ਮੂਵ ਕੀਤੀ ਗਈ ਸੀ, ਔਰ ਉਹੀ ਸਾਰੀਆਂ ਪਟੀਸ਼ਨਸ ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਕੇ ਜਿਹੜੀ ਇਹ ਸਟੇ ਆ ਇਸ ਕਾਨੂੰਨ ਦੇ ਉੱਤੇ, ਸੈਡੀਸ਼ਨ ਲਾਅ ਦੇ ਉੱਤੇ ਲਗਾਈ ਹੈ। ਔਰ ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਵੀ ਨਵਾਂ FIR ਇਹਦੇ ਵਿੱਚ ਦਰਜ ਨਹੀਂ ਹੋਏਗੀ, ਔਰ ਜਿੰਨੇ ਵੀ ਲੋਕ ਅੰਦਰ ਆ ਉਹ ਆਪਣੀ ਬੇਲ ਲੈ ਸਕਦੇ ਆ, ਬੇਲ ਦੇ ਲਈ ਅਪਲਾਈ ਕਰ ਸਕਦੇ। ਹੁਣ ਗੱਲ ਕਰਦੇ ਹਾਂ ਕਿ ਇਹ ਜਿਹੜਾ ਲਾਅ ਹੈ ਇੰਨਾ ਕੰਟਰੋਵਰਸ਼ੀਅਲ ਕਿਉਂ ਸੀਗਾ। ਦੇਸ਼ ਧਰੋਹ ਦਾ ਕਾਨੂੰਨ ਇੱਕ ਕੰਟਰੋਵਰਸ਼ੀਅਲ ਕਾਨੂੰਨ ਕਿਉਂ ਸੀ ਕਿ ਆਪਾਂ ਇਹਦੇ ਤੇ ਇੰਨੀ ਚਰਚਾ ਕਰਦੇ ਹਾਂ। ਇਹਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਇਹ ਕੋਗਨੀਜ਼ੇਬਲ ਐਂਡ ਨॉन ਬੇਲੇਬਲ ਕਾਨੂੰਨ ਹੈ, ਵੀ ਕਿਸੇ ਨੂੰ ਵੀ ਬਿਨਾਂ ਅਰੈਸਟ ਵਾਰੰਟ ਲਏ ਅਰੈਸਟ ਕਰਕੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਹਦੇ ਜਿਹੜੇ ਮਨੁੱਖੀ ਅਧਿਕਾਰ ਆ ਉਹਨਾਂ ਦੀ ਕੋਈ ਕਦਰ ਕੀਮਤ ਨਹੀਂ ਆ। ਉਹ ਇਨਸਾਨ ਨੂੰ ਇੱਕ ਤਰ੍ਹਾਂ ਨਾਲ ਉਹਦੀ ਲਾਈਫ ਬਰਬਾਦ ਕਰ ਦਿੱਤੀ ਜਾਂਦੀ ਹੈ ਜੇਲ੍ਹਾਂ ਦੇ ਵਿੱਚ ਰੱਖ ਕੇ। ਇਹ ਲਾਈਫ ਬਰਬਾਦ ਵਾਲੀ ਗੱਲ ਮੈਂ ਕਿਉਂ ਕਹਿ ਰਹੀ ਹਾਂ, ਕਿਉਂਕਿ ਈਵਨ ਜਦੋਂ ਇਹ ਸੁਪਰੀਮ ਕੋਰਟ ਦੀ ਹੀਅਰਿੰਗ ਦੇ ਵਿੱਚ ਵੀ ਜੋ ਤੱਥ ਪੇਸ਼ ਕੀਤੇ ਗਏ, ਜਾਂ ਅਗਰ ਆਪਾਂ ਰਿਸਰਚ ਕਰਕੇ ਦੇਖੀਏ ਤਾਂ ਜਿੰਨੇ ਵੀ ਕੇਸ ਸੈਡੀਸ਼ਨ ਦੇ, ਦੇਸ਼ ਧਰੋਹ ਦੇ, ਦੇਸ਼ ਆਪਣੇ ਦੇ ਵਿੱਚ ਚੱਲਦੇ ਪਏ ਨੇ, ਉਹਨਾਂ ਦੇ ਵਿੱਚੋਂ ਪਹਿਲੀ ਗੱਲ ਤਾਂ 90% 95% ਤੇ ਤਾਂ ਕੋਈ ਵੀ ਕਾਰਵਾਈ ਪੂਰੀ ਕੀਤੀ ਹੀ ਨਹੀਂ ਜਾਂਦੀ ਪੁਲਿਸ ਵੱਲੋਂ, ਨਾ ਚਾਰਜ ਸ਼ੀਟ ਪੂਰੀ ਕੀਤੀ ਜਾਂਦੀ ਹੈ, ਨਾ ਹੀ ਕੇਸ ਮੁਕੰਮਲ ਹੁੰਦਾ ਹੈ। ਉਹ ਸਿਰਫ ਐਜ਼ ਇਟ ਇਜ਼ ਹੀ ਲਟਕਦਾ ਰਹਿੰਦਾ। ਔਰ ਸਿਰਫ 5% ਤੋਂ ਵੀ ਘੱਟ ਕੇਸ ਇੱਦਾਂ ਦੇ ਆ ਜਿਨ੍ਹਾਂ ਦੇ ਉੱਤੇ ਫੈਸਲਾ ਸਰਕਾਰ ਨੇ ਸੁਣਾਇਆ। ਜਿਹੜੇ ਬਾਕੀ ਦੇ ਕੇਸ ਨੇ 95% ਉਹ ਐਜ਼ ਇਟ ਇਜ਼ ਹੀ ਜੇਲ੍ਹਾਂ ਦੇ ਵਿੱਚ ਲੋਕ ਬੈਠੇ ਨੇ, ਵੈਰੀ ਅਨਸਰਟਨ ਆਫ देयर ਫਿਊਚਰ। ਸੋ ਉਹਨਾਂ ਦੀ ਹਿਊਮਨ ਰਾਈਟ ਵਾਇਲੇਸ਼ਨ ਹੈ। ਔਰ ਇਸ ਤੋਂ ਇਲਾਵਾ ਜੋ ਦੂਸਰਾ ਪੁਆਇੰਟ ਇਹ ਹੈ ਕਿ ਬਹੁਤ ਇੱਦਾਂ ਦੇ ਲੋਕ ਸੀਗੇ ਜਿਨ੍ਹਾਂ ਦੇ ਦੇਸ਼ ਧਰੋਹ ਦਾ ਪਰਚਾ ਸ਼ਾਇਦ ਉਹ ਨਹੀਂ ਸੀ ਡਿਜ਼ਰਵ ਕਰਦੇ, ਸ਼ਾਇਦ ਉਹ ਨਹੀਂ ਸੀ ਲੱਗਣਾ ਚਾਹੀਦਾ, ਬਟ ਉਹਨਾਂ ਦੀ ਇਸ ਕਾਨੂੰਨ ਦੀ ਦੁਰਵਰਤੋਂ ਕਰਦੇ ਹੋਏ ਪੁਲਿਸ ਵੱਲੋਂ ਉਹਨਾਂ ਨੂੰ ਇਹ ਪਰਚਿਆਂ ਦੇ ਵਿੱਚ ਲਿਆ ਕੇ ਫਸਾ ਲਿਆ ਗਿਆ। ਜਿਵੇਂ ਕਿ ਬਹੁਤ ਪੱਤਰਕਾਰ, ਜਿਵੇਂ ਕਿ ਬਹੁਤ ਵਕੀਲ ਵੱਡੇ, ਜਿਨ੍ਹਾਂ ਨੇ ਵੀ ਸਰਕਾਰ ਦਾ ਕ੍ਰਿਟਿਸਿਜ਼ਮ ਕੀਤਾ। ਜਦੋਂ ਦੀ ਭਾਜਪਾ ਸਰਕਾਰ ਭਾਰਤ ਦੇ ਵਿੱਚ ਆਈ ਆ ਉਦੋਂ ਤੋਂ ਇਹ ਕੇਸਿਸ ਦਾ ਜਿਹੜਾ ਨੰਬਰ ਆ ਇਹ ਬਹੁਤ ਜ਼ਿਆਦਾ ਵੱਧ ਚੁੱਕਾ ਹੈ। 2017 ਦੇ ਵਿੱਚ 156 ਦੇ ਲਗਭਗ ਕੇਸ ਸੀਗੇ, ਔਰ 2020 ਆਉਂਦੇ ਇਹ ਕੇਸ 250 ਦੇ ਨੇੜੇ ਪਹੁੰਚ ਗਿਆ। ਔਰ ਇਹ ਸਾਰੇ ਦੇ ਸਾਰੇ ਕੇਸ ਆਲਮੋਸਟ ਹਜੇ ਤੱਕ ਪੈਂਡਿੰਗ ਪਏ ਨੇ, ਇਹਨਾਂ ਤੇ ਕੋਈ ਫੈਸਲੇ ਨਹੀਂ ਆਏ। 90% ਪੈਂਡਿੰਗ ਕੇਸ ਸੀਗੇ 2019 ਦੇ ਵਿੱਚ, 2020 ਦੇ ਵਿੱਚ 95% ਪੈਂਡਿੰਗ ਕੇਸ ਸੀਗੇ। ਮਤਲਬ ਕਿ ਇਹਦੇ ਤੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾਂਦੀ। ਅਕਸਰ ਹੀ ਅਗਰ ਦੇਸ਼ ਧਰੋਹ ਵਰਗੇ ਕਾਨੂੰਨ ਦੇ ਅੰਦਰ ਕਿਸੇ ਨੂੰ ਬੰਦ ਕੀਤਾ ਹੋਵੇ ਜਿਹੜਾ ਦੇਸ਼ ਲਈ ਖਤਰਾ ਹੋਵੇ ਤਾਂ ਉਹਦੇ ਤੇ ਤਾਂ ਬਹੁਤ ਕੁਇਕ ਜਜਮੈਂਟ ਜਿਹੜੀ ਆ ਔਰ ਫੈਸਲਾ ਜਿਹੜਾ ਕੋਰਟ ਵੱਲੋਂ ਵੀ ਆਉਣਾ ਚਾਹੀਦਾ, ਔਰ ਪੁਲਿਸ ਵੱਲੋਂ ਵੀ ਬਹੁਤ ਕੁਇਕ ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਹ ਜਿਹੜੇ ਕੇਸ ਸੀਗੇ ਇਹਨਾਂ ਨੂੰ ਕਦੀ ਵੀ ਇੰਜ਼ਾਮ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾਂਦਾ ਸੀ, ਸਿਰਫ ਔਰ ਸਿਰਫ ਲਟਕਾ ਕੇ ਪੈਂਡਿੰਗ ਸਟੇਟਸ ਤੇ ਰੱਖਿਆ ਜਾਂਦਾ ਸੀ। ਮੈਂ ਕੁਝ ਇੱਥੇ ਨਾਮ ਲੈ ਸਕਦੀ ਹਾਂ, ਜਿਵੇਂ ਉਮਰ ਖਾਲਿਦ, ਜਿਵੇਂ ਕਿ ਸਟੈਨ ਸਵਾਮੀ ਜਿਨ੍ਹਾਂ ਦੀ ਡੈਥ ਜੇਲ੍ਹ ਦੇ ਵਿੱਚ ਹੋਈ ਆ, ਸੁਧਾ ਭਾਰਦਵਾਜ ਇੱਕ ਐਕਟਿਵਿਸਟ ਸੀਗੇ, ਉਹਨਾਂ ਨੂੰ ਵੀ ਕਾਫੀ ਮਹੀਨੇ, ਮੈਨੂੰ ਲੱਗਦਾ ਸਾਲ ਤੋਂ ਜ਼ਿਆਦਾ ਟਾਈਮ ਸ਼ਾਇਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ। ਔਰ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਧਾਰਾ 370 ਹਟਾਈ, ਉਸ ਤੋਂ ਬਾਅਦ ਵੀ ਜਿਹੜੇ ਲੋਕ ਆਪਣੇ ਹੱਕ ਲਈ ਜਾਂ ਕਿਸੇ ਤਰ੍ਹਾਂ ਸਰਕਾਰ ਦੇ ਖਿਲਾਫ ਕੋਈ ਵੀ ਗੱਲ ਕਰਦੇ ਆ ਉਹਨਾਂ ਨੂੰ ਚੱਕ ਕੇ ਦੇਸ਼ ਧਰੋਹ ਦੇ ਮਾਮਲੇ 'ਚ ਅੰਦਰ ਕਰ ਦਿੱਤਾ ਜਾਂਦਾ। ਵਿਨੋਦ ਦੁਆ ਜਿਨ੍ਹਾਂ ਨੇ ਕ੍ਰਿਟਿਸਿਜ਼ਮ ਕੀਤਾ ਸੀ ਸੈਂਟਰ ਦੀ ਸਰਕਾਰ ਦਾ, ਉਹਨਾਂ ਨੂੰ ਵੀ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਸਾਲ ਦੇ ਵਿੱਚ ਇਹ ਚੀਜ਼ ਸਹਿਣੀ ਪਈ ਕਿ ਉਹਨਾਂ ਨੂੰ ਦੇਸ਼ ਧਰੋਹ ਦਾ ਮੁਕੱਦਮੇ ਦੇ ਅੰਦਰ ਕਾਫੀ ਉਹਨਾਂ ਨੂੰ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਡਿਸਆਨਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਆਪਣੇ ਇੱਦਾਂ ਦੇ ਬਹੁਤ ਵਕੀਲ ਆ ਜਿਨ੍ਹਾਂ ਦੇ ਉੱਤੇ ਇੱਦਾਂ ਦੇ ਕੇਸ ਲੱਗੇ। ਸਿਮਰਨਜੀਤ ਸਿੰਘ ਮਾਨ ਆਪਣੇ ਪੰਜਾਬ ਦੇ ਇੱਕ ਲੀਡਰ ਆ ਜਿਨ੍ਹਾਂ ਵੱਲੋਂ ਖਾਲਿਸਤਾਨ ਦੇ ਹੱਕ ਦੇ ਵਿੱਚ ਗੱਲਾਂ ਜਾਂ ਖਾਲਿਸਤਾਨ ਦੇ ਟੌਪਿਕ ਦੇ ਉੱਤੇ ਗੱਲਾਂ ਉਹਨਾਂ ਵੱਲੋਂ ਜੋ ਕੀਤੀਆਂ ਗਈਆਂ, ਉਹਨਾਂ ਨੇ ਵੀ ਕਾਫੀ ਸੈਡੀਸ਼ਨ ਦੇ ਦੇਸ਼ ਧਰੋਹ ਦੇ ਮੁਕੱਦਮੇ ਚੱਲੇ ਨੇ, ਚਾਹੇ ਉਹਨਾਂ ਦੇ ਕੇਸ ਅੱਜ ਦੇ ਟਾਈਮ 'ਚ ਹੋ ਸਕਦਾ ਖਤਮ ਹੋ ਗਏ ਹੋਣ, ਉਹ ਚਾਹੇ ਬਰੀ ਹੋ ਗਏ ਹੋਣ। ਇਸ ਤੋਂ ਇਲਾਵਾ ਅਗਰ ਆਪਾਂ ਬਿਲਕੁਲ ਆਪਣੇ ਨਾਲ ਜੁੜੀ ਐਗਜ਼ਾਮਪਲ ਦੇਖੀਏ ਤਾਂ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ, ਕਿਸਾਨ ਅੰਦੋਲਨ ਦੇ ਵਿੱਚ ਜਦੋਂ ਲਾਲ ਕਿਲੇ ਵਾਲੀ ਘਟਨਾ ਖਾਸ ਤੌਰ ਤੇ ਹੋਈ ਸੀ, ਉਸ ਤੋਂ ਬਾਅਦ 100 ਦੇ ਵਿੱਚ ਆਪਣੇ ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਦਾਇਰ ਕਰ ਦਿੱਤੇ ਗਏ ਸੀ। ਮਤਲਬ ਕਿ ਲਾਲ ਕਿਲੇ ਤੇ ਤੁਸੀਂ ਕਿਉਂ ਗਏ ਉਹਦੇ ਲਈ ਹੀ ਦੇਸ਼ ਧਰੋਹ ਦਾ ਮੁਕੱਦਮਾ ਲਗਾ ਦਿੱਤਾ ਗਿਆ ਸੀ। ਆਪਾਂ ਨੂੰ ਇਹ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿਉਂਕਿ ਲਾਲ ਕਿਲੇ ਦੀ ਘਟਨਾ ਆਪਾਂ ਹਜੇ ਵੀ
ਉਸ ਨੂੰ ਬਹੁਤ ਲਾਈਵ ਜਾਣਦੇ ਹਾਂ ਕਿ ਉੱਥੇ ਕੀ ਹੋਇਆ ਸੀ। ਉਹਦੇ ਵਿੱਚ ਕੁਝ ਵੀ ਐਦਾਂ ਦੀ ਘਟਨਾ ਨਹੀਂ ਸੀ ਜਿੱਥੇ ਆਪਾਂ ਕਹਿ ਸਕੀਏ ਕਿ ਦੇਸ਼ ਧਰੋਹ ਹੋ ਗਿਆ। ਬਟ ਸਟਿਲ ਵੀ ਹੰਡਰਡਸ ਆਫ ਕਿਸਾਨ ਹਰਿਆਣਾ ਦੇ ਵਿੱਚ ਜਦੋਂ ਉਹ ਸਟੋਨ ਪੈਲਟਿੰਗ ਹੋਈ ਸੀ ਔਰ ਐਸਟੀਐਮ ਦਾ ਕੇਸ ਹੋਇਆ ਸੀ, ਉਸ ਟਾਈਮ 100 ਤੋਂ ਵੱਧ ਕਿਸਾਨਾਂ ਦੇ ਉੱਤੇ ਦੇਸ਼ ਧਰੋਹ ਦੇ ਮੁਕੱਦਮੇ ਲਗਾ ਦਿੱਤੇ ਗਏ ਸੀ। ਇਹ ਇੱਕ ਬਹੁਤ ਲਾਈਵ ਐਗਜ਼ਾਮਪਲ ਆਪਣੇ ਲਈ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਸੀ ਸਰਕਾਰ ਦੇ ਖਿਲਾਫ, ਉਹਨਾਂ ਚੋਂ ਚੁਣ ਕੇ ਦੇਸ਼ ਧਰੋਹ ਦੇ ਮੁਕੱਦਮੇ ਉਹਨਾਂ ਤੇ ਫਿੱਟ ਕਰ ਦਿੱਤੇ ਗਏ ਔਰ ਆਪਣੇ ਕਿਸਾਨ ਅੰਦੋਲਨ ਦੇ ਬਹੁਤ ਲੋਕ ਜੇਲ੍ਹ ਦੇ ਵਿੱਚ ਦਿੱਲੀ ਰਹਿ ਕੇ ਆਏ ਹੋਏ ਨੇ। ਜਿਹੜੀ ਡੈਮੋਕ੍ਰੇਸੀ ਆ ਇਹਦੇ ਵਿੱਚ ਜਿਹੜਾ ਡਿਸੈਂਟ ਆ, ਕ੍ਰਿਟਿਸਿਜ਼ਮ ਸਰਕਾਰ ਦਾ ਹੋਣਾ ਜ਼ਰੂਰੀ ਆ, ਪਰ ਜਿਹੜਾ ਇਹ ਦੇਸ਼ ਧਰੋਹ ਦਾ ਕਾਨੂੰਨ ਸੀ ਇਹਨੂੰ ਇੱਕ ਟੂਲ ਬਣਾ ਕੇ ਸਰਕਾਰ ਵਰਤਦੀ ਸੀ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਸਰਕਾਰ ਦੀ ਨਿੰਦਾ ਕਰਦੇ ਸੀ। ਇੱਕ ਟਵੀਟ ਕਰਨ ਤੇ, ਇੱਕ ਫੇਸਬੁੱਕ ਪੋਸਟ ਪਾਉਣ ਤੇ ਵੀ ਲੋਕਾਂ ਤੇ ਦੇਸ਼ ਧਰੋਹ ਦੇ ਮੁਕੱਦਮੇ ਲੱਗੇ ਨੇ। ਇਹ ਆਪਣੇ ਭਾਰਤ ਦਾ ਇਹ ਹਾਲ ਹੋ ਚੁੱਕਾ ਸੀ ਕਿ ਜਿਹੜਾ 158 ਸਾਲ ਪੁਰਾਣਾ ਕਾਨੂੰਨ ਸੀ ਜਦੋਂ ਦੇਸ਼ ਗੁਲਾਮ ਹੁੰਦਾ ਸੀ, ਅੱਜ ਆਜ਼ਾਦ ਭਾਰਤ ਦੇ ਵਿੱਚ ਵੀ ਉਹ ਸੇਮ ਹੀ ਫੋਲੋ ਕਰਕੇ ਲੋਕਾਂ ਦਾ ਜਿਹੜਾ ਫਰੀडम ਆਫ ਸਪੀਚ ਆ, ਫਰੀडम ਆਫ ਐਕਸਪ੍ਰੈਸ਼ਨ ਹੈ, ਉਹਦੇ ਤੇ ਹਮਲਾ ਕਰ ਰਹੀ ਸੀ ਸਰਕਾਰ ਆਪਣੀ। ਹੁਣ ਅੱਗੇ ਦੇਖਦੇ ਹਾਂ, ਸਰਕਾਰ ਵੱਲੋਂ ਇਹ ਕਿਹਾ ਤਾਂ ਗਿਆ ਕਿ ਇਸ ਤੇ ਅਸੀਂ ਰਿਵਿਊ ਕਰਾਂਗੇ, ਪਰ ਜੇ ਸਰਕਾਰ ਰਿਵਿਊ ਕਰੇਗੀ ਤਾਂ ਇਹਦੇ ਵਿੱਚੋਂ ਇੱਕ ਡਾਊਟਫੁਲ ਚੀਜ਼ ਇਹ ਲੱਗਦੀ ਹੈ ਕਿ ਹੋ ਸਕਦਾ ਇਹਦੇ ਸ਼ਬਦ ਬਦਲ ਦਿੱਤੇ ਜਾਣ, ਹੋ ਸਕਦਾ ਇਸ ਨਾਮ ਦਾ ਦੇਸ਼ ਧਰੋਹ ਬਦਲ ਕੇ ਕੋਈ ਹੋਰ ਕਰ ਦਿੱਤਾ ਜਾਵੇ ਔਰ ਵਿੱਚ ਸਭ ਕੁਝ ਸੇਮ ਹੀ ਹੋਵੇ। ਮਤਲਬ ਕਿ ਜਿਵੇਂ ਜਿਹੜੀ ਬੋਤਲ ਆ ਉਹ ਬਦਲ ਦਿੱਤੀ ਜਾਵੇ ਔਰ ਵਿੱਚ ਸ਼ਰਾਬ ਜਾਂ ਪਾਣੀ ਜੋ ਵੀ ਤੁਸੀਂ ਆਪਣੇ ਹਿਸਾਬ ਨਾਲ ਲਾਉਣਾ ਉਹ ਸੇਮ ਹੀ ਹੋਵੇ। ਹੋ ਸਕਦਾ ਇਹ ਵੀ ਨੀਅਤ ਸਰਕਾਰ ਦੀ ਅੱਗੇ ਜਾ ਕੇ ਰਹੇ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਨਤਾ ਸਭ ਤੋਂ ਵੱਡਾ ਰੋਲ ਪਲੇ ਕਰਦੀ ਔਰ ਸਭ ਤੋਂ ਵੱਡੀ ਪਾਵਰ ਰੱਖਦੀ। ਔਰ ਅਗਰ ਲੋਕ ਸਰਕਾਰ ਨੂੰ ਕੰਡੈਮ ਕਰਨ ਲੱਗ ਜਾਣ, ਕ੍ਰਿਟੀਸਾਈਜ਼ ਕਰਨ ਲੱਗ ਜਾਣ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕ੍ਰਿਟਿਸਿਜ਼ਮ ਬਹੁਤ ਤੇਜ਼ੀ ਨਾਲ ਫੈਲਦਾ ਆ, ਤਾਂ ਉਹ ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ, ਉਹ ਚਾਹੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੋਵੇ, ਚਾਹੇ ਕੋਈ ਆਉਣ ਵਾਲਾ ਨਵਾਂ ਪ੍ਰਧਾਨ ਮੰਤਰੀ ਹੋਵੇ, ਉਹਦੇ ਲਈ ਖਤਰਾ ਬਣਿਆ ਰਹੇਗਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਭਾਰਤ ਦੀ ਸਰਕਾਰ ਕਿਤੇ ਇਹੀ ਕਾਨੂੰਨ ਸਿਰਫ ਨਾਮ ਬਦਲ ਕੇ ਨਵਾਂ ਕਰਕੇ ਵਾਪਿਸ ਨਾ ਲੈ ਆਵੇ ਔਰ ਅੱਖਾਂ 'ਚ ਕੱਟਾ ਨਾ ਪਾਵੇ ਸੁਪਰੀਮ ਕੋਰਟ ਦੇ ਔਰ ਆਪਣੀ ਜਨਤਾ ਦੇ ਕਿ ਅਸੀਂ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਹੈ। ਥੈਂਕ ਯੂ ਸੋ ਮਚ ਫॉर ਵਾਚਿੰਗ।